मैं बड़ी उत्सुकता नाल इंतजार करांगा काके जदों दा मैं जम्मिया ना तेरे वर्गी बंदियां नाल मेरा वाह पिया। कोई गल नहीं, कल देखांगे, कल सवेर आएगी, कल दी गल देखी जाएगी। ਜੇ ਤੁਸੀਂ ਸ਼ਹਿਰ ਦੇ ਇੱਕ ਪੱਤਰਕਾਰ ਗਰੁੱਪ ਵਿੱਚ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕਾਕਾ ਤੇਰੇ ਵਰਗੇ ਮੈਂ ਬਹੁਤ ਦੇਖੇ ਨੇ ਤੇ ਕੱਲ ਦੇਖਾਂਗੇ, ਕੱਲ ਕਿਹੜਾ ਸਵੇਰ ਨਹੀਂ ਚੜ੍ਹਨੀ, ਤਾਂ ਸੋਚੋ ਕਿ ਸਕੂਲ ਦੀ ਚਾਰ ਦੀਵਾਰੀ ਦੇ ਅੰਦਰ ਮਜਬੂਰ ਮਾਪਿਆਂ ਤੇ ਬੱਚਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹੋਵੋਗੇ। ਮੇਰਾ ਚੈਲੰਜ ਕਬੂਲ ਕਰਿਓ। ਜੇ ਤੁਸੀਂ ਇਹ ਸਾਬਤ ਕਰ ਦਿਓ ਕਿ ਮੈਂ ਫੀਸਾਂ ਭਰ ਕੇ ਟੀਸੀ ਲੈ ਕੇ ਆਇਆ ਤੇ ਮੈਂ ਖੁਦ ਸਾਰੇ ਮਾਪਿਆਂ ਨੂੰ ਅਪੀਲ ਕਰੂੰਗਾ ਕਿ ਤੁਹਾਡੇ ਸਕੂਲ ਦੀ ਜਿੰਨੀ ਫੀਸ ਬਣਦੀ ਆ ਹੁਣ ਤੱਕ ਦੀ ਉਹ ਸਾਰੀ ਭਰਨ। ਤੇ ਜੇ ਮੈਂ ਸਾਬਤ ਕਰ ਦਿੱਤਾ ਕਿ ਮੈਂ ਟੀਸੀ ਬਿਨਾਂ ਫੀਸਾਂ ਭਰੇ ਤੋਂ ਲੈ ਕੇ ਆਇਆ ਤਾਂ ਤੁਸੀਂ ਵੀ ਵਾਅਦਾ ਕਰੋ ਕਿ ਤੁਸੀਂ ਸਾਰੇ ਮਾਪਿਆਂ ਤੇ ਬੱਚਿਆਂ ਦੀ ਫੀਸ ਤੁਸੀਂ ਮਾਫ ਕਰੋਗੇ। ਕਿਉਂਕਿ ਤੁਸੀਂ ਖੁਦ ਹੀ ਇੱਕ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਤੁਹਾਡੀ ਆਮਦਨੀ ਜਿਹੜੀ ਹੈ ਉਹ 23 ਲੱਖ ਰੁਪਇਆ ਤੇ ਤੁਹਾਡਾ ਜਿਹੜਾ ਸਕੂਲ ਦਾ ਖਰਚਾ ਹੈ ਉਹ 35 ਲੱਖ ਰੁਪਇਆ। ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਕਿ 12 ਲੱਖ ਰੁਪਈਆ ਤੁਸੀਂ ਕਿੱਥੋਂ ਦਿੰਦੇ ਰਹੇ ਹੋ? ਕੀ ਇਹ ਜਿਹੜਾ ਮਿਊਨਿਸਪਲ ਕੌਂਸਲ ਵਾਲਾ ਤੁਹਾਡੇ ਕੋਲ ਹੈਗਾ ਉਹਦਾ ਤੁਸੀਂ ਉੱਥੋਂ ਪੂਰੇ ਕਰਦੇ ਰਹੇ ਹੋ? ਪ੍ਰਿੰਸੀਪਲ ਸਾਹਿਬ, ਗੱਲ ਤਾਂ ਕਰਿਆ ਕਰੋ ਜੇ ਪੂਰੀ ਜਾਣਕਾਰੀ ਹੋਵੇ ਤਾਂ ਤੁਸੀਂ ਬਿਲਕੁਲ ਸਪਸ਼ਟ ਹੋ। ਅਸੀਂ ਕੀ ਲੈਣਾ ਯਾਰ ਤੁਹਾਡੇ ਤੋਂ? ਤੁਸੀਂ ਬੱਚਿਆਂ ਦੀ ਫੀਸ ਮਾਫ ਕਰੋ, ਠੀਕ ਹੈ, ਤੇ ਅਸੀਂ ਆਉਣਾ ਬੰਦ ਕਰੀਏ। ਬਿਲਕੁਲ ਮਾਪਿਆਂ ਨੂੰ ਵੀ ਕਿਉਂ ਪਰੇਸ਼ਾਨ ਕਰਦੇ ਹੋ? ਧੁੱਪਾਂ 'ਚ ਸੜਦੇ ਆ, ਕੱਲ੍ਹ ਨੂੰ ਮਾਪੇ ਬੱਚੇ ਲੈ ਕੇ ਸੜਕਾਂ 'ਤੇ ਆ ਜਾਣਗੇ। ਆਏ ਦਿਨ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦਾ, ਜਿਸ ਵਿੱਚ ਨਿੱਜੀ ਸਕੂਲ ਦੇ ਪ੍ਰਿੰਸੀਪਲ ਉੱਪਰ ਦੋਸ਼ ਲੱਗ ਰਹੇ ਹਨ ਕਿ ਉਸ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਬੜੀ ਹੀ ਬਦਸਲੂਕੀ ਨਾਲ ਗੱਲ ਕੀਤੀ ਜਾ ਰਹੀ ਸੀ। ਇਸ ਮਾਮਲੇ ਦਾ ਖੁਲਾਸਾ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਜ਼ਰਾ ਤੁਸੀਂ ਵੀ ਦੇਖੋ ਇਹ ਪੂਰਾ ਮਾਜਰਾ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਇਹ ਵੀਡੀਓ ਅੱਜ ਅਸੀਂ ਕਿਸੇ ਨੂੰ ਜਵਾਬ ਦੇਣ ਲਈ ਪਾ ਰਹੇ ਹਾਂ, ਪਰ ਉਸ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਆਹ ਆਡੀਓ ਜ਼ਰੂਰ ਸੁਣੋ। मैं बड़ी उत्सुकता नाल इंतजार करांगा काके जदों दा मैं जम्मिया ना तेरे वर्गी बंदियां नाल मेरा वाह पिया। कोई गल नहीं, कल देखांगे, कल सवेर आएगी, कल दी गल देखी जाएगी। ਇਹ ਜਿਹੜੀ ਆਡੀਓ ਹੈ ਕੱਲ ਪੱਤਰਕਾਰਾਂ ਦੇ ਗਰੁੱਪ ਵਿੱਚ ਸਾਨੂੰ APJ ਸਕੂਲ ਦੇ ਪ੍ਰਿੰਸੀਪਲ ਤੇ ਸੋ ਕਾਲਡ ਤੇ ਸੈਲਫ ਮੇਡ ਪ੍ਰਧਾਨ ਮਿਊਨਿਸਪਲ ਕੌਂਸਲ ਵੱਲੋਂ ਪਾਈ ਗਈ ਹੈ, ਜਿਨ੍ਹਾਂ ਦਾ ਨਾਮ ਜਸਵੀਰ ਚੰਦਰ ਹੈ। ਪ੍ਰਿੰਸੀਪਲ ਸਾਹਿਬ, ਸਾਨੂੰ ਅੱਜ ਪਤਾ ਲੱਗਾ ਕਿ APJ ਸਕੂਲ ਦੇ ਤੇ MC ਕੌਂਸਲ ਦੇ ਐਕਸ ਪ੍ਰੈਜ਼ੀਡੈਂਟ ਦੇ ਖਿਲਾਫ ਕੋਈ ਕਿਉਂ ਨਹੀਂ ਬੋਲਦਾ, ਚਾਹੇ ਆਮ ਪਬਲਿਕ ਹੈ, ਐਕਸ MC ਹੋਣ ਜਾਂ ਕੋਈ ਲੋਕਲ ਲੀਡਰ ਹੋਣ ਜਾਂ ਮੀਡੀਆ ਹੋਵੇ। ਕਿਉਂਕਿ ਜਿਵੇਂ ਤੁਸੀਂ ਧਮਕੀ ਮਾਰ ਰਹੇ ਹੋ ਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਇੱਦਾਂ ਹੀ ਹੁਣ ਤੱਕ ਸਾਰਿਆਂ ਨੂੰ ਦਬਾਉਂਦੇ ਰਹੇ ਹੋ। ਮੈਂ ਤੁਹਾਡੀ ਰਿਕਾਰਡਿੰਗ ਸੁਣ ਕੇ ਹੈਰਾਨ ਰਹਿ ਗਿਆ ਕਿ ਕਿੱਦਾਂ ਇੱਕ ਸਕੂਲ ਦਾ ਪ੍ਰਿੰਸੀਪਲ ਅਤੇ ਆਪਣੇ ਆਪ ਨੂੰ MC ਤੇ ਕੌਂਸਲ ਦਾ ਪ੍ਰਧਾਨ ਕਹਾਉਣ ਵਾਲਾ ਇਨਸਾਨ ਇੱਦਾਂ ਦੀ ਸ਼ਬਦਾਵਲੀ ਵਰਤ ਸਕਦਾ ਹੈ। ਜੇ ਤੁਸੀਂ ਸ਼ਹਿਰ ਦੇ ਇੱਕ ਪੱਤਰਕਾਰ ਗਰੁੱਪ ਵਿੱਚ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕਾਕਾ ਤੇਰੇ ਵਰਗੇ ਮੈਂ ਬਹੁਤ ਦੇਖੇ ਨੇ ਤੇ ਕੱਲ ਦੇਖਾਂਗੇ, ਕੱਲ ਕਿਹੜਾ ਸਵੇਰ ਨਹੀਂ ਚੜ੍ਹਨੀ, ਤਾਂ ਸੋਚੋ ਕਿ ਸਕੂਲ ਦੀ ਚਾਰ ਦੀਵਾਰੀ ਦੇ ਅੰਦਰ ਮਜਬੂਰ ਮਾਪਿਆਂ ਤੇ ਬੱਚਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹੋਵੋਗੇ। ਤੇ ਹੁਣ ਗੱਲ ਆ ਜਾਓ TC ਤੇ। ਤੁਸੀਂ ਕਿਹਾ ਕਿ ਤੁਹਾਡੇ ਕਹਿਣ ਮੁਤਾਬਕ ਮੈਂ ਜਿਹੜਾ ਸਕੂਲ ਦਾ ਆਪਣੇ ਬੱਚਿਆਂ ਦਾ TC ਲੈ ਕੇ ਆਇਆ ਉਹ ਮੈਂ ਫੀਸਾਂ ਭਰ ਕੇ ਲੈ ਕੇ ਆਇਆ ਤੇ ਮੈਂ ਉੱਥੋਂ ਭੱਜ ਕੇ ਆਇਆ। ਤੁਹਾਡੀ ਉਸ ਗੱਲ ਦਾ ਜਵਾਬ ਮੈਂ ਇਹ ਦਿੰਦਾ ਪ੍ਰਿੰਸੀਪਲ ਸਾਹਿਬ, ਮੇਰਾ ਚੈਲੰਜ ਕਬੂਲ ਕਰਿਓ। ਜੇ ਤੁਸੀਂ ਇਹ ਸਾਬਤ ਕਰ ਦਿਓ ਕਿ ਮੈਂ ਫੀਸਾਂ ਭਰ ਕੇ TC ਲੈ ਕੇ ਆਇਆ ਤੇ ਮੈਂ ਖੁਦ ਸਾਰੇ ਮਾਪਿਆਂ ਨੂੰ ਅਪੀਲ ਕਰੂੰਗਾ ਕਿ ਤੁਹਾਡੇ ਸਕੂਲ ਦੀ ਜਿੰਨੀ ਫੀਸ ਬਣਦੀ ਆ ਹੁਣ ਤੱਕ ਦੀ ਉਹ ਸਾਰੀ ਭਰਨ। ਤੇ ਜੇ ਮੈਂ ਸਾਬਤ ਕਰ ਦਿੱਤਾ ਕਿ ਮੈਂ TC ਬਿਨਾਂ ਫੀਸਾਂ ਭਰੇ ਤੋਂ ਲੈ ਕੇ ਆਇਆ ਤਾਂ ਤੁਸੀਂ ਵੀ ਵਾਅਦਾ ਕਰੋ ਕਿ ਤੁਸੀਂ ਸਾਰੇ ਮਾਪਿਆਂ ਤੇ ਬੱਚਿਆਂ ਦੀ ਫੀਸ ਤੁਸੀਂ ਮਾਫ ਕਰੋਗੇ। ਤੇ ਤੁਸੀਂ ਕਿਹਾ ਕਿ ਮੈਂ ਛੱਡ ਕੇ ਭੱਜ ਗਿਆ। ਮੈਂ ਕਿਸੇ ਨੂੰ ਛੱਡ ਕੇ ਨਹੀਂ ਭੱਜਿਆ ਤੇ ਨਾ ਮੈਂ ਸੋ ਕਾਲਡ ਸੈਲਫ ਮੇਡ ਸਮਾਜ ਸੇਵੀ ਹਾਂ। ਮੈਨੂੰ ਲੋਕ ਬੁਲਾਉਂਦੇ ਨੇ ਤਾਂ ਮੈਂ ਜਾਂਦਾ, ਮੈਂ ਭੱਜਣ ਵਾਲਾ ਨਹੀਂ
ਜੇ ਮੈਂ ਭੱਜਣਾ ਹੁੰਦਾ ਤੇ ਮੈਂ ਤੁਹਾਡੀ ਧਮਕੀ ਸੁਣ ਕੇ ਹੀ ਭੱਜ ਜਾਂਦਾ। ਹੁਣ ਤੁਸੀਂ ਇਸ ਗੱਲ ਤੋਂ ਆ ਜਾਓ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਿੱਤਾ, ਤੁਸੀਂ ਹੁਣ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਆਪ ਦੇ ਸਕੂਲ ਦੀ ਬੈਲੈਂਸ ਸ਼ੀਟ ਸਾਨੂੰ ਕਦੋਂ ਦਿਖਾਓਗੇ ਤੇ ਮਾਪਿਆਂ ਨੂੰ ਕਦੋਂ ਦਿਖਾਓਗੇ? ਸਾਨੂੰ ਛੱਡੋ, ਤੁਸੀਂ ਮਾਪਿਆਂ ਸਾਹਮਣੇ ਜਾਂ ਆਪਣੇ ਸਕੂਲ ਦੇ ਵਿੱਚ ਇੱਕ ਜਗ੍ਹਾ ਤੇ ਬੈਲੈਂਸ ਸ਼ੀਟ ਆਪ ਦੀ ਜੋ ਹੈਗੀ ਹੈ ਸਕੂਲ ਦੀ, ਉਹ ਤੁਸੀਂ ਲਗਾਓ ਤੇ ਦੱਸੋ ਤੁਸੀਂ ਕਦੋਂ ਲਗਾਓਗੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ 18 ਸਤੰਬਰ ਨੂੰ ਗਵਰਨਮੈਂਟ ਵੱਲੋਂ ਤੁਹਾਨੂੰ 2 ਕੰਪਲੇਂਟਸ ਮਾਰਕ ਹੋਈਆਂ ਸੀ ਤੁਹਾਡੇ ਖਿਲਾਫ। ਜਿਹੜੀਆਂ 2 ਕੰਪਲੇਂਟ ਸੀਗੀਆਂ ਉਹ ਗਵਰਨਮੈਂਟ ਨੇ ਮਾਰਕ ਕੀਤੀਆਂ, ਜਿਨ੍ਹਾਂ ਦਾ ਨੰਬਰ ਹੈ A7608571124 ਤੇ ਦੂਸਰੀ ਹੈ 02B8B0A996। ਤੁਸੀਂ ਉਹਦਾ ਜਵਾਬ ਦਿੱਤਾ ਹੁਣ ਤੱਕ? ਕਿਉਂਕਿ ਤੁਹਾਡਾ ਜਿਹੜਾ ਰਿਕਾਰਡ ਬੋਲਦਾ ਗਵਰਨਮੈਂਟ ਦਾ, ਉਹਦੇ ਵਿੱਚ ਵੀ ਆ ਰਿਹਾ ਕਿ ਤੁਸੀਂ ਹਜੇ ਤੱਕ ਉਹਦਾ ਰਿਪਲਾਈ ਨਹੀਂ ਦਿੱਤਾ। ਇਸ ਦਾ ਮਤਲਬ ਹੈ ਤੁਸੀਂ ਆਪਣੇ ਆਪ ਨੂੰ ਸਰਕਾਰ ਤੋਂ ਵੀ ਉੱਤੇ ਸਮਝ ਰਹੇ ਹੋ। ਠੀਕ ਹੈ, ਤੇ ਹੁਣ ਆ ਜਾਓ ਉਸ ਗੱਲ ਤੇ ਜੋ ਤੁਸੀਂ ਕਿਹਾ ਕਿ ਅਸੀਂ ਕਿੰਨੇ ਬੱਚਿਆਂ ਦੀ ਹੁਣ ਤੱਕ ਫੀਸ ਮਾਫ ਕਰਵਾਈ ਆ। ਮੈਂ ਦਾਅਵੇ ਨਾਲ ਕਹਿੰਦਾ ਮੈਂ ਹੁਣ ਤੱਕ ਤਕਰੀਬਨ 800 ਬੱਚਿਆਂ ਦੀ ਫੀਸ ਮਾਫ ਕਰਵਾ ਚੁੱਕਾ ਤੇ ਔਨ ਰਿਕਾਰਡ ਆ। ਜਦੋਂ ਤੁਹਾਨੂੰ ਪ੍ਰੂਫ ਚਾਹੀਦਾ ਹੋਇਆ ਮੀਡੀਆ ਦੇ ਵਿੱਚ ਆ ਜਿਓ, ਹਰੇਕ ਕੱਲੇ ਮਾਪੇ ਨੂੰ ਬੁਲਾ ਕੇ ਤੇ ਸਕੂਲ ਤੋਂ ਲਿਖਵਾ ਕੇ ਤੁਹਾਨੂੰ ਦੇ ਦੂੰਗਾ ਕਿ ਮੈਂ ਇਹ ਬੱਚਿਆਂ ਦੀ ਫੀਸ ਮਾਫ ਕਰਵਾਈ ਆ। ਮੈਂ ਅੱਜ ਹਰੇਕ ਗੱਲ ਦਾ ਜਵਾਬ ਲਿਖਿਆ ਹੋਇਆ ਤੇ ਤੁਹਾਨੂੰ ਲਿਖ ਕੇ ਹੀ ਦੇ ਰਿਹਾ, ਪੜ੍ਹ ਕੇ ਦੇ ਰਿਹਾ, ਤਾਂ ਕਿ ਤੁਹਾਡੀ ਕਿਸੇ ਗੱਲ ਦਾ ਜਵਾਬ ਰਹਿ ਨਾ ਜਾਵੇ। ਮੈਂ ਬਿਲਕੁਲ ਸਬੂਤ ਦੇ ਆਧਾਰ ਤੇ ਸਾਰੀਆਂ ਗੱਲਾਂ ਕਰ ਰਿਹਾ। ਤੇ ਹੁਣ ਆ ਜਾਓ, ਤੁਹਾਡੇ ਕਹਿਣ ਅਨੁਸਾਰ ਤੁਸੀਂ ਜਿੰਨੀਆਂ ਹੁਣ ਤੱਕ ਪਾਰਟੀਆਂ ਬਦਲੀਆਂ, ਤੁਸੀਂ ਲੋਕਾਂ ਦੇ ਕੰਮ ਕਰਵਾਉਣ ਲਈ ਬਦਲੀਆਂ ਤੇ ਤੁਸੀਂ ਕੋਈ ਮੌਕਾ ਪ੍ਰਸਤੀ ਨਹੀਂ ਕੀਤੀ। ਤੇ ਤੁਸੀਂ ਉਹਦੇ ਨਾਲ ਹੀ ਮੈਨੂੰ ਕਿਹਾ ਕਿ ਤੁਸੀਂ ਇਹ ਦੱਸੋ ਕਿ ਅਸੀਂ ਕਿੰਨੇ ਲੋਕਾਂ ਨੂੰ ਸਮਾਰਟਫੋਨ ਪ੍ਰੋਵਾਈਡ ਕਰਾਏ। ਮੈਂ ਹੁਣ ਤੱਕ ਆਪਣੇ ਦੋਸਤ ਜਿਹੜੇ ਸਮਾਜ ਸੇਵੀ ਆ ਉਹਨਾਂ ਤੋਂ ਕਈ ਇਹੋ ਜਿਹੇ ਬੱਚਿਆਂ ਨੂੰ, ਮਾਪਿਆਂ ਨੂੰ ਸਮਾਰਟਫੋਨ ਪ੍ਰੋਵਾਈਡ ਕਰਾਏ ਨੇ। ਜਦੋਂ ਕਹੋ ਤੁਸੀਂ ਮੈਂ ਉਹਨਾਂ ਨੂੰ ਵੀ ਪੇਸ਼ ਕਰ ਦੂੰਗਾ। ਪਰ ਤੁਸੀਂ ਮੈਨੂੰ ਹੁਣ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਸਰਕਾਰ ਵਿੱਚ ਰਹਿੰਦੇ ਹੋਏ, ਜੋ ਕਿ ਸਰਕਾਰ ਦਾ ਮੈਨੀਫੈਸਟੋ ਸੀ ਕਿ ਸਰਕਾਰ ਵੱਲੋਂ ਸਮਾਰਟਫੋਨ ਪ੍ਰੋਵਾਈਡ ਕਰਾਏ ਜਾਣਗੇ, ਤੁਸੀਂ ਸਮਾਰਟਫੋਨ ਕਿੰਨੇ ਬੱਚਿਆਂ ਨੂੰ ਪ੍ਰੋਵਾਈਡ ਕਰਾਓਗੇ? ਤੁਸੀਂ ਬਾਹਰਲੇ ਬੱਚਿਆਂ ਨਾਲ ਛੱਡੋ, ਤੁਸੀਂ ਆਪ ਦੇ ਸਕੂਲ ਦੇ ਕਿੰਨੇ ਬੱਚਿਆਂ ਨੂੰ ਸਮਾਰਟਫੋਨ ਪ੍ਰੋਵਾਈਡ ਕਰਾਏ? ਇਸ ਗੱਲ ਦਾ ਜਵਾਬ ਦਿਓ। ਜਾਂ ਤੁਸੀਂ ਆਪ ਕਿੰਨਿਆਂ ਨੂੰ ਸਮਾਰਟਫੋਨ ਦਿੱਤੇ? ਪ੍ਰਿੰਸੀਪਲ ਸਾਹਿਬ, ਗੱਲ ਤਾਂ ਕਰਿਆ ਕਰੋ ਜੇ ਪੂਰੀ ਜਾਣਕਾਰੀ ਹੋਵੇ ਤੇ ਤੁਸੀਂ ਬਿਲਕੁਲ ਸਪਸ਼ਟ ਹੋ। ਤੇ ਹੁਣ ਪ੍ਰਿੰਸੀਪਲ ਸਾਹਿਬ ਇਹ ਦੱਸੋ, ਤੁਸੀਂ ਆਡੀਓ ਦੇ ਵਿੱਚ ਕਿਹਾ ਕਿ ਤੁਸੀਂ MC ਤੇ ਪ੍ਰਧਾਨ ਰਹੇ। ਤੁਸੀਂ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਕਦੋਂ ਮਿਊਨਿਸਪਲ ਕੌਂਸਲ ਦੀ ਚੋਣ ਲੜੇ ਤੇ ਕਦੋਂ ਤੁਸੀਂ ਪ੍ਰਧਾਨ ਬਣੇ? ਮੈਂ ਇਸ ਕਰਕੇ ਪੁੱਛ ਰਿਹਾ ਤਾਂ ਕਿ ਸ਼ਹਿਰ ਦੇ ਲੋਕਾਂ ਦੀ ਵੀ ਜਾਣਕਾਰੀ ਦਰੁਸਤ ਹੋ ਸਕੇ। ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਉਹਨਾਂ ਦੇ ਸ਼ਹਿਰ 'ਚ ਕਿਹੜਾ MC ਬਣ ਕੇ, ਕਿਹੜਾ ਪ੍ਰਧਾਨ ਬਣ ਕੇ ਕਿੰਨੀ ਦੇਰ ਸ਼ਹਿਰ ਦੀ ਸੇਵਾ ਕਰਕੇ ਗਿਆ। ਤੇ ਤੁਸੀਂ ਇੱਕ ਮੈਨੂੰ ਕਿਹਾ ਸੀ ਸਕੂਲ ਖੋਲ੍ਹਣ ਦੀ ਗੱਲ। ਅਸੀਂ ਸਕੂਲ ਖੋਲ੍ਹਣ ਦੀ ਗੱਲ ਨਹੀਂ ਸੀ ਕੀਤੀ। ਅਸੀਂ ਕਿਹਾ ਸੀ ਕਿ ਜੇ ਤੁਹਾਡੇ ਤੋਂ ਸਕੂਲ ਨਹੀਂ ਚੱਲਦੇ ਤੇ ਤੁਸੀਂ ਆਪ ਦੇ ਸਕੂਲ ਸਾਨੂੰ ਦੇ ਸਕਦੇ ਹੋ, ਅਸੀਂ 25% ਫੀਸ ਲੈ ਕੇ ਸਕੂਲ ਚਲਾ ਕੇ ਦਿਖਾਵਾਂਗੇ। ਤੇ ਅਸੀਂ ਅੱਜ ਵੀ ਉਸ ਗੱਲ ਤੇ ਖੜੇ ਹਾਂ, ਕਿਉਂਕਿ ਤੁਸੀਂ ਖੁਦ ਹੀ ਇੱਕ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਤੁਹਾਡੀ ਆਮਦਨੀ ਜਿਹੜੀ ਹੈ ਉਹ 23 ਲੱਖ ਰੁਪਇਆ ਤੇ ਤੁਹਾਡਾ ਜਿਹੜਾ ਸਕੂਲ ਦਾ ਖਰਚਾ ਹੈ ਉਹ 35 ਲੱਖ ਰੁਪਇਆ। ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਕਿ 12 ਲੱਖ ਰੁਪਈਆ ਤੁਸੀਂ ਕਿੱਥੋਂ ਦਿੰਦੇ ਰਹੇ ਹੋ? ਕੀ ਇਹ ਜਿਹੜਾ ਮਿਊਨਿਸਪਲ ਕੌਂਸਲ ਵਾਲਾ ਤੁਹਾਡੇ ਕੋਲ ਹੈਗਾ ਉਹਦਾ ਤੁਸੀਂ ਉੱਥੋਂ ਪੂਰੇ ਕਰਦੇ ਰਹੇ ਹੋ? ਬਾਕੀ ਹੁਣ ਆ ਜਾਓ, ਜਿਹੜੀ ਗੱਲ ਕਰਨ ਲੱਗਿਆ ਤੁਸੀਂ ਕਿਹਾ ਕਿ ਸਾਰੇ ਮਾਪੇ ਮਹਿੰਗੀਆਂ ਗੱਡੀਆਂ 'ਚ ਆਏ। ਯਾਰ ਕਿੰਨੀਆਂ ਕੁ ਮਹਿੰਗੀਆਂ ਗੱਡੀਆਂ ਸੀ ਉਹ? ਤੇ ਨਾਲੇ ਮਾਪੇ ਹੁਣ ਤੱਕ ਤੁਹਾਡੇ ਸਕੂਲਾਂ ਦੀ ਫੀਸ ਭਰਦੇ ਹੀ ਰਹੇ ਆ ਲੋਕਡਾਊਨ ਤੋਂ ਪਹਿਲਾਂ ਤੱਕ। ਉਸ ਤੋਂ ਬਾਅਦ ਨਹੀਂ ਕੰਮਕਾਰ ਚੱਲਿਆ ਮਾਪਿਆਂ ਦਾ, ਤੇ ਮਾਪਿਆਂ ਕੋਲ ਗੱਡੀਆਂ ਉਦੋਂ ਵੀ ਸੀਗੀਆਂ। ਉਦੋਂ ਕਿਹੜੇ ਮਾਪਿਆਂ ਕੋਲ ਗੱਡੀਆਂ ਨਹੀਂ ਸੀ? ਗੱਡੀਆਂ ਤਾਂ ਮਾਪਿਆਂ ਕੋਲ ਹੈ ਹੀ ਆ। ਹੁਣ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਕਿ ਮਾਪੇ ਗੱਡੀਆਂ ਵੀ ਵੇਚ ਦੇਣ ਪਰ ਤੁਹਾਡੇ ਸਕੂਲ ਦੀ ਫੀਸ ਭਰ ਦੇਣ? ਮਤਲਬ ਕਿ ਤੁਸੀਂ ਕਿਤੇ ਕੰਪਰੋਮਾਈਜ਼ ਨਹੀਂ ਕਰਨਾ, ਮਾਪੇ ਹਰੇਕ ਸੈਕਰੀਫਾਈਸ ਕਰਨ। ਸਾਰੇ ਸ਼ਹਿਰ ਵਾਸੀਆਂ ਲਈ ਸੋਚਣ ਵਾਲੀ ਤੇ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਅੱਜ ਤੋਂ ਤਕਰੀਬਨ 16-17 ਸਾਲ ਪਹਿਲਾਂ ਖਾਲਸਾ ਸਕੂਲ ਦੇ ਗਰਾਊਂਡ ਵਿੱਚ ਸਕੂਟਰ 'ਤੇ ਆ ਕੇ ਫੁੱਟਬਾਲ ਦੀ ਗੇਮ ਲਗਾਉਣ ਵਾਲਾ ਤੇ ਕਿਰਾਏ ਦੀ ਬਿਲਡਿੰਗ 'ਤੇ ਸਕੂਲ ਚਲਾਉਣ ਵਾਲਾ ਇਨਸਾਨ ਅੱਜ ਇੰਨੀ ਵੱਡੀ ਪ੍ਰਾਪਰਟੀ ਤੇ ਮਹਿੰਗੀਆਂ ਗੱਡੀਆਂ ਦਾ ਮਾਲਕ ਕਿਵੇਂ ਬਣਿਆ? ਕੀ ਲੋਕ ਇਹ ਸਮਝਣ ਕਿ ਇੰਨੀ ਤਰੱਕੀ, ਸ਼ਹਿਰ ਦਾ ਵਿਕਾਸ
ਜਿਵੇਂ 35 ਫੁੱਟ ਦਾ ਚੋ 11 ਫੁੱਟ ਦਾ ਰਹਿ ਗਿਆ, ਨਾਲਿਆਂ ਤੇ ਲੈਂਟਰ ਪੈ ਗਏ, ਟੋਭਿਆਂ ਤੇ ਨਿੱਜੀ ਗਰਾਊਂਡ ਤੇ ਬਿਲਡਿੰਗਾਂ ਬਣ ਗਈਆਂ, ਨਜਾਇਜ਼ ਬਿਲਡਿੰਗਾਂ ਦੇ ਨਕਸ਼ੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਕੁਝ ਡਿੱਗ ਵੀ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ, ਤੇ ਸ਼ਹਿਰ ਦਾ ਪ੍ਰਧਾਨ ਉੱਥੇ ਪਹੁੰਚਿਆ ਤੱਕ ਨਹੀਂ, ਤੇ ਨਜਾਇਜ਼ ਸੀਵਰੇਜ ਤੇ ਪਾਣੀ ਦੇ ਕਨੈਕਸ਼ਨ ਕਰਕੇ ਹੋਇਆ ਹੈ। ਕੀ ਇਹ ਸਾਰੀ ਆਮਦਨੀ ਉੱਥੋਂ ਪ੍ਰਾਪਤ ਕੀਤੀ ਗਈ ਹੈ? ਲੋਕ ਹੁਣ ਇਹ ਸਮਝਣ ਕਿ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਮਿਊਨਿਸਪਲ ਕੌਂਸਲ ਦੇ ਸੋ ਕਾਲਡ ਤੇ ਸੈਲਫ ਮੇਡ MC ਤੇ ਪ੍ਰਧਾਨ ਨੇ ਵਿਕਾਸ ਸ਼ਹਿਰ ਦਾ ਕੀਤਾ ਹੈ ਕਿ ਉਹਨਾਂ ਨੇ ਆਪਣਾ ਨਿੱਜੀ ਵਿਕਾਸ ਕੀਤਾ ਹੈ। ਇਹ ਫੈਸਲਾ ਹੁਣ ਸ਼ਹਿਰ ਦੇ ਲੋਕਾਂ ਨੇ ਕਰਨਾ ਹੈ। ਲਾਸਟ ਵਿੱਚ ਪ੍ਰਿੰਸੀਪਲ ਸਾਹਿਬ, ਹੁਣ ਮੈਂ ਤੁਹਾਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਤੁਸੀਂ ਮੇਰੇ ਤੋਂ ਕਹਾਉਣਾ ਚਾਹੁੰਦੇ ਹੋ ਉਹ ਮੈਂ ਕਹਿਣਾ ਨਹੀਂ, ਪਰ ਇਸ ਦਾ ਜਵਾਬ ਮੈਂ ਉਸ ਦਿਨ ਦੇਵਾਂਗਾ ਜਦੋਂ ਜਨਤਾ ਦੇ ਦਰਬਾਰ ਵਿੱਚ ਆਪਾਂ ਆਮੋ ਸਾਹਮਣੇ ਬੈਠਾਂਗੇ। ਤੇ ਹੋ ਸਕਦਾ ਹੈ ਕਿ ਇਹ ਦਰਬਾਰ ਇਲੈਕਸ਼ਨ ਤੋਂ ਪਹਿਲਾਂ ਹੀ ਲੱਗ ਜਾਵੇ, ਤੇ ਉਮੀਦ ਕਰਦਾ ਹਾਂ ਕਿ ਇਹ ਦਰਬਾਰ ਛੇਤੀ ਤੋਂ ਛੇਤੀ ਲੱਗੇਗਾ। ਤੇ ਨਾਲ ਹੀ ਮੈਂ ਤੁਹਾਨੂੰ ਕਿਹਾ ਚਾਹੁੰਦਾ ਕਿ ਤੁਸੀਂ ਜਿਹੜੇ ਆ ਮੁੱਦੇ ਨੇ ਇਹਨਾਂ ਨੂੰ ਭਟਕਾਓ ਨਾ। ਗੱਲ ਤਾਂ ਇਹ ਹੈ, ਤੁਸੀਂ ਇਹ ਦੱਸੋ ਕਿ ਤੁਸੀਂ ਬੱਚਿਆਂ ਦੀ ਫੀਸ ਮਾਫ ਕਰਨੀ ਹੈ ਕਿ ਨਹੀਂ ਕਰਨੀ ਹੈ। ਤੁਸੀਂ ਮਾਪਿਆਂ ਨਾਲ ਬੈਠ ਕੇ ਗੱਲਬਾਤ ਕਰਨੀ ਹੈ ਕਿ ਨਹੀਂ ਕਰਨੀ ਹੈ। ਤੁਸੀਂ ਮਾਪਿਆਂ ਨਾਲ ਬੈਠ ਕੇ ਗੱਲ ਕਰ ਲਓ, ਸਾਨੂੰ ਤਾਂ ਆਉਣ ਦੀ ਲੋੜ ਹੀ ਨਹੀਂ। ਸਾਨੂੰ ਤਾਂ ਉਦੋਂ ਆਉਣਾ ਪੈਂਦਾ ਜਦੋਂ ਤੁਸੀਂ ਨਿਕਲ ਕੇ ਮਾਪਿਆਂ ਨਾਲ ਗੱਲ ਹੀ ਨਹੀਂ ਕਰਦੇ। ਅਸੀਂ ਕੀ ਲੈਣਾ ਯਾਰ ਤੁਹਾਡੇ ਤੋਂ? ਤੁਸੀਂ ਬੱਚਿਆਂ ਦੀ ਫੀਸ ਮਾਫ ਕਰੋ, ਠੀਕ ਹੈ, ਤੇ ਅਸੀਂ ਆਉਣਾ ਬੰਦ ਕਰੀਏ। ਬਿਲਕੁਲ ਮਾਪਿਆਂ ਨੂੰ ਵੀ ਕਿਉਂ ਪਰੇਸ਼ਾਨ ਕਰਦੇ ਹੋ? ਧੁੱਪਾਂ 'ਚ ਸੜਦੇ ਆ, ਕੱਲ੍ਹ ਨੂੰ ਮਾਪੇ ਬੱਚੇ ਲੈ ਕੇ ਸੜਕਾਂ 'ਤੇ ਆ ਜਾਣਗੇ। ਜੇ ਤੁਹਾਡੇ ਸਕੂਲ ਦੀ ਇਸ ਟੈਨਸ਼ਨ ਦੇ ਵਿੱਚ, ਫੀਸਾਂ ਦੀ ਟੈਨਸ਼ਨ ਦੇ ਵਿੱਚ ਕਿਸੇ ਬੱਚੇ ਨੇ, ਅੱਜ ਕੱਲ੍ਹ ਬੱਚਿਆਂ ਦਾ ਕੰਟਰੋਲ ਹੀ ਨਹੀਂ ਆਪਣੇ ਆਪ 'ਤੇ। ਜੇ ਬੱਚਿਆਂ ਨੂੰ ਕਿਸੇ ਨੂੰ ਕੁਝ ਹੋ ਗਿਆ, ਤੁਸੀਂ ਜ਼ਿੰਮੇਵਾਰ ਹੋਵੋਗੇ ਉਹਦੇ, ਤੇ ਅਸੀਂ ਫੇਰ ਧਰਨਾ ਜ਼ਰੂਰ ਮਾਰਾਂਗੇ। ਫਿਰ ਸਾਨੂੰ ਚਾਹੇ ਸੜਕ ਰੁਕਣੀ ਪਵੇ, ਜੋ ਮਰਜ਼ੀ ਕਰਨਾ ਪਵੇ, ਅਸੀਂ ਬਿਲਕੁਲ ਕਰਾਂਗੇ ਜੇ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ, ਜੇ ਕੋਈ ਬੱਚਾ ਗਲਤ ਡਿਸੀਜਨ ਲੈ ਗਿਆ। ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜਿੰਨਾ ਹੋ ਗਿਆ ਮਾਪਿਆਂ ਨਾਲ ਕੋਆਪਰੇਟ ਕਰੋ। ਜਿੰਨੀਆਂ ਕੁ ਮਾਪੇ ਕਹਿੰਦੇ ਨੇ ਉਨੀਆਂ ਕੁ ਫੀਸਾਂ ਕਰ ਦਿਓ। ਜਿਹੜਾ ਮਾफ़ ਕਰ ਦਿਓ, ਜਿਹੜਾ 40% ਮਾफ़ ਕਰਵਾ ਕੇ ਖੁਸ਼ ਹੋ ਰਹੀ 40 ਕਰ ਦਿਓ, ਜਿਹੜਾ 50 ਕਰਵਾ ਕੇ ਜਿਹਨੇ ਭਰਨੀਆਂ ਉਹ ਭਰ ਦਿਓ ਬਾਈ ਜੀ। ਜਿਹੜਾ ਭਰਨ ਜੋਗਾ ਉਹ ਭਰ ਹੀ ਰਹੇ ਨੇ। ਇਸ ਕਰਕੇ ਬੇਨਤੀ ਹੈ ਕਿ ਮੁੱਦੇ ਨੂੰ ਭਟਕਾਓ ਨਾ, ਬਿਲਕੁਲ ਸਕੂਲਾਂ ਵੱਲ ਧਿਆਨ ਦਿਓ, ਬੱਚਿਆਂ ਦੇ ਭਵਿੱਖ ਵੱਲ ਧਿਆਨ ਦਿਓ। ਤੇ ਬਾਕੀ ਜਿਹੜੀ ਗੱਲ ਹੈ, ਭੱਜੋ ਨਾ, ਆ ਕੇ ਇੱਥੇ ਸ਼ਹਿਰ ਦੇ ਵਿੱਚ ਰਹੋ। ਰੋਜ਼ ਧਰਨੇ ਲੱਗ ਰਹੇ, ਲੋਕ ਮਰ ਰਹੇ ਆ, ਕਿਸਾਨ ਵੀ ਧਰਨਿਆਂ 'ਤੇ ਬੈਠੇ ਆ। ਮਾਪਿਆਂ ਨੂੰ ਤੁਸੀਂ ਕਿਉਂ ਮਾਰ ਰਹੇ ਆ? ਸਾਰਿਆਂ ਦਾ ਸਾਥ ਦਿਓ, ਕਿਸਾਨਾਂ ਵਿੱਚ ਵੀ ਮਾਪੇ ਹੀ ਆ। ਇਸ ਕਰਕੇ ਲਾਸਟ ਵਿੱਚ ਤੁਹਾਨੂੰ ਫੇਰ ਬੇਨਤੀ ਕਰਦੇ ਹਾਂ ਕਿ ਫੀਸਾਂ ਮਾफ़ ਕਰ ਦਿਓ। ਅਸੀਂ ਨਹੀਂ ਆਉਂਦੇ ਤੁਹਾਡੇ ਸਕੂਲ ਜਦੋਂ ਤੁਸੀਂ ਫੀਸਾਂ ਮਾफ़ ਕਰਤੀਆਂ। ਇੱਕ ਵਾਰ ਫੇਰ ਫਤਿਹ ਕਰਦੇ ਹਾਂ ਵੀਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਪ੍ਰਾਈਮ ਉਦੇ, ਲੁਧਿਆਣਾ।